ਮੁੰਡੇ ਦਾ ਆਇਆ ਪਾਰਸਲ, ਮੇਰਾ ਦਿਲ ਸੀ ਮੈਂ ਆਪੇ ਹੀ ਕਰ ਦਵਾਂ ਜੀ ਅਨਬੋਕਸ। ਨਾਈਸ ਮੁੰਡੇ ਨੇ ਮੈਨੂੰ ਮਨਾ ਕਰਤਾ, ਕਹਿੰਦਾ ਮੈਂ ਆਪ ਆਪਣੇ ਹੱਥਾਂ ਨਾਲ ਕਰਨੀ ਹੈ ਜੀ ਅਨਬੋਕਸ। ਭਾਈ ਨੂੰ ਮੈਂ ਕਿੱਥੋਂ ਲੈ ਕੇ ਆ ਰਿਹਾ, ਜ਼ੈਨ ਭਾਈ ਨੇ 2 ਬੈਗ ਵੀ ਫੜੇ ਹੋਏ ਆ। ਕਿੱਥੋਂ ਆ ਰਿਹਾ, ਕਿਉਂ ਆ ਰਿਹਾ, ਤੁਹਾਨੂੰ ਮੈਂ ਦੱਸ। ਚਾਬੀ ਚੱਕੀ ਤੇ ਗੱਡੀ ਘਰ ਕੋਈ ਨਹੀਂ ਸੀ ਤੇ ਕੀ ਹੋ ਗਿਆ ਯਾਰ। ਮੈਂ ਕਿਹਾ ਗੱਡੀ ਹੁਣ ਕਿੱਥੋਂ ਲੈ ਕੇ ਆਵਾਂ। ਹੋ ਗਿਆ ਪਰੇਸ਼ਾਨ, ਮੈਂ ਕਿਹਾ ਯਾਰ ਗੱਡੀ ਕਿੱਧਰ ਗਈ, ਚਾਬੀ ਮੇਰੇ ਕੋਲ ਆ, ਗੱਡੀ ਹੈ। ਅਸਲਾਮ ਅਲੈਕੁਮ ਪਿੰਡਾਂ ਵਾਲਿਓ, ਕੀ ਹਾਲ ਚਾਲ ਹੈ। ਸ਼ੁਰੂ ਕਰਦੇ ਆ ਅੱਜ ਦਾ ਮਿੱਠਾ ਔਰ ਪਿਆਰਾ ਜਿਹਾ ਵਲੌਗ। ਮੁੰਡਾ ਗਿਆ ਸੀ ਥੋੜਾ ਜਿਹਾ ਕੰਮ ਦੇਖਾਂ ਤੇ ਨਾਈਸ ਮੁੰਡੇ ਦਾ ਆ ਗਿਆ ਜੀ ਘਰ ਪਾਰਸਲ। ਮੇਰਾ ਦਿਲ ਆ ਯਾਰ ਮੈਂ ਆਪੇ ਹੀ ਕਰ ਦਵਾਂ ਅਨਬੋਕਸ। ਮਿੱਤਰੋ ਮੈਂ ਖੋਲਣ ਲੱਗ ਗਿਆ, ਮੈਂ ਕਿਹਾ ਯਾਰ ਇਹ ਤਾਂ ਛੁਰੀ ਨਾਲ ਖੁੱਲਣਾ, ਲੇਕਿਨ ਖੋਲ ਨਹੀਂ ਰਿਹਾ ਸੀ। ਮੈਂ ਕਿਹਾ ਯਾਰ ਦੰਦਾਂ ਨਾਲ ਖੋਲ ਕੇ ਦੇਖਦੇ ਆ, ਲੇਕਿਨ ਦੰਦਾਂ ਨਾਲ ਵੀ ਨਹੀਂ ਖੁੱਲਿਆ। ਚਲਾ ਗਿਆ ਸੀ ਘਰੋਂ ਬਾਹਰ, ਜਦੋਂ ਆਇਆ 10 ਮਿੰਟ ਬਾਅਦ ਘਰ ਨਾਈਸ ਮੁੰਡਾ ਯਾਰ ਉਹ ਪਾਰਸਲ ਚੱਕ ਕੇ ਲੈ ਆਂਦਾ ਸੀ ਉੱਤੇ। ਆ ਚੈੱਕ ਕਰੋ ਜੀ, ਨਾਈਸ ਮੁੰਡੇ ਨੇ ਕਰਤੀ ਜੀ ਉਰੇ ਅਨਬੋਕਸ। ਮੁੰਡੇ ਨੇ ਇਕੱਲੇ ਨੇ ਅਨਬੋਕਸਿੰਗ ਕਰਤੀ। ਦੇਖਾਂ ਤੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਅੱਲਾ ਦੇ ਨਾਮ ਦੀ ਹੈਗੀ ਹੈ ਜੀ ਸਿੰਦਰੀ। ਲਾਈਟਾਂ ਜਲਾ ਕੇ ਦਿਖਾਉਂਦੇ ਆ, ਮਾਸ਼ਾਅੱਲਾ ਚੈੱਕ ਕਰੋ, ਜਿਵੇਂ ਲਾਈਟਾਂ ਆਨ ਕੀਤੀਆਂ ਤੇ ਮਾਸ਼ਾਅੱਲਾ ਸਿੰਦਰੀ ਵੀ ਕਰਨ ਲੱਗੀ ਜਗਮਗ। ਅਭੀ ਮੈਂ ਚੱਕ ਲਈ ਸੀ, ਮੈਂ ਕਿਹਾ ਯਾਰ ਜਲਦੀ ਜਲਦੀ। ਨਾਈਸ ਮੁੰਡਾ ਕਹਿੰਦਾ ਯਾਰ ਗੱਡੀ ਮੇਰੀ ਕੱਢ ਬਾਹਰ। ਮੈਂ ਕਿਹਾ ਓਕੇ ਕਰ ਯਾਰ, ਹੁਣੇ ਕੱਢ ਦਿੰਦੇ। ਗੱਡੀ ਦਾ ਲਾਕ ਖੋਲਿਆ, ਗੱਡੀ ਦੀ ਆਵਾਜ਼ ਨਹੀਂ ਆਈ, ਟੂ ਟੂ ਦੇਖਾਂ ਤੇ ਗੱਡੀ ਹੈ ਹੀ ਨਹੀਂ ਯਾਰ। ਮੈਂ ਕਿਹਾ ਨਾਈਸ ਮੁੰਡਾ ਜੀ ਗੱਡੀ ਕਿੱਧਰ ਆ। 3 ਦਿਨ ਹੋ ਗਏ ਗੱਡੀ ਬਾਹਰ ਖਿਲਾਰੀ ਆ। ਨਾਈਸ ਮੁੰਡਾ ਕਹਿੰਦਾ ਤੂੰ ਆਪ ਹੀ ਖਿਲਾਰ ਕੇ ਆਇਆ ਸੀ, ਹੁਣ ਤੈਨੂੰ ਹੀ ਭੁੱਲ ਗਿਆ। ਮੈਨੂੰ ਕੁੱਟਣ ਨੂੰ ਆ ਗਿਆ। ਮੈਂ ਕਿਹਾ ਯਾਰ ਜਲਦੀ ਜਲਦੀ ਹੁਣ ਜਾਂਦੇ ਆ, ਕਿਤੇ ਤਾਂ ਖਿਲਾਰੀ ਹੋਣੀ ਆ ਗੱਡੀ। ਦੇਖਾਂ ਤੇ ਮਿੱਤਰੋ ਆ ਖੜੀ ਆ, ਸ਼ੁਕਰ ਕੀਤਾ ਨਜ਼ਰ ਆ। ਨਾਈਸ ਮੁੰਡੇ ਨੇ ਅੱਜ ਮੇਰੀ ਧਲਾਈ ਕਰ ਹੀ ਦੇਣੀ ਸੀ। ਦੇਖਾਂ ਤੇ ਭਾਈ ਜੀ ਗੱਡੀ ਦੇ ਉੱਤੇ ਕੱਪੜਾ ਦਿੱਤਾ ਹੋਇਆ ਮਿੱਤਰੋ, ਯਾਰ ਗੰਦੀ ਲੱਗਦੀ ਨਹੀਂ ਹੈ। ਫਿਰ ਵੀ ਥੋੜੀ ਥੋੜੀ ਮਿੱਟੀ ਗੱਡੀ ਤੇ ਪਈ ਸੀ। ਯਾਰਾਂ ਨੇ ਚੱਕਿਆ ਕੱਪੜਾ, ਨਾਲ ਹੀ ਨਾਈਸ ਮੁੰਡੇ ਦੀ ਮੱਖਣ ਵਰਗੀ ਗੱਡੀ ਨੂੰ ਮਾਰਤੀ। ਗੱਡੀ ਲਿਆ ਕੇ ਖਿਲਾਰਤੀ ਨਾਈਸ ਮੁੰਡੇ ਦੇ ਕੋਲ। ਨਾਈਸ ਮੁੰਡਾ ਬਣਾਉਂਦਾ ਫਿਰਦਾ ਆਪਣਾ ਵਲੌਗ। ਦੇਖਾਂ ਮੈਂ ਕਿਹਾ ਨਾਈਸ ਮੁੰਡਾ ਜੀ ਹੁਣ ਲੈ ਜਾਓ ਗੱਡੀ ਜਿੱਧਰ ਨੂੰ ਜਾਣਾ। ਯਾਰ ਹੁਣੀ ਜ਼ੈਨ ਭਾਈ ਦੇ ਘਰ ਦੇ ਕੋਲ ਆਏ। ਜ਼ੈਨ ਭਾਈ ਨੂੰ ਬਾਹਰ ਖਲੋ ਕੇ ਮੈਂ ਆਵਾਜ਼ਾਂ ਮਾਰੀਆਂ, ਜ਼ੈਨ ਭਾਈ ਬਾਹਰ ਆਏ। ਜ਼ੈਨ ਦੇ ਵਿੱਚ ਆਇਆ ਆਈਡੀਆ, ਮੈਂ ਕਿਹਾ ਕਾਲ ਕਰ ਲੈਂਦੇ। ਮੋਬਾਈਲ ਦਾ ਦੌਰ ਅੱਜ ਕੱਲ, ਮੋਬਾਈਲ ਤੇ ਬੰਦਾ ਕਾਲ ਕਰ ਹੀ ਲੈਂਦਾ। ਕਹਿੰਦਾ ਮੈਂ ਤਾਂ ਘਰ ਹੈ ਹੀ ਨਹੀਂ ਯਾਰ, ਤੂੰ ਉੱਥੇ ਕਿੱਥੇ ਪਹੁੰਚ ਗਿਆ। ਮੈਂ ਕਿਹਾ ਕੀ ਬਣਿਆ, ਕਹਿੰਦਾ ਮੈਂ ਤਾਂ 85 ਵਾਲੀ ਝਾਲ ਤੇ ਹੁਣ ਜਲਦੀ ਜਲਦੀ ਮੈਨੂੰ ਲੈਣ ਆ ਜਾ। ਸਮਝਿਆ ਮੈਂ ਮਜ਼ਾਕ ਲੱਗਿਆ ਹੋਇਆ ਜ਼ੈਨ ਭਾਈ। ਮੈਂ ਕਿਹਾ ਯਾਰ ਤੂੰ ਐਡੀ ਦੂਰ ਕੀ ਕਰਨ ਗਿਆ। ਕਹਿੰਦਾ ਕੋਲ ਆਏਗਾ ਤੇ ਦੱਸਾਂਗਾ, ਹੁਣ ਫੋਨ ਤੇ ਹੀ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਿਣਾ। ਜੀ ਫਿਰ ਮਿੱਤਰੋ ਯਾਰ ਹੁਣ ਵੀ ਹੈਪਾ ਬਾਈਕ ਤੇ ਜਾਂਦੇ ਪਏ ਆ। ਰੋਡ ਤੇ ਦੇਖਾਂ ਤੇ ਸਾਈਡਾਂ ਤੇ ਮਿੱਟੀ ਪਾਤੀ, ਇਹ ਬਹੁਤ ਅੱਛਾ ਕੰਮ ਹੋਇਆ ਯਾਰ ਥੋੜੀ ਜੀ ਮਿੱਟੀ ਪਾਈ ਹੋਣੀ ਆ। ਨਹੀਂ ਮਿੱਤਰੋ ਦੇਖਾਂ ਤੇ ਭਾਈ ਜੀ ਪੂਰੇ 88 ਬਾਈਪਾਸ ਤੱਕ ਮਿੱਟੀ ਪਾਤੀ ਸਾਈਡਾਂ ਤੇ। ਹੁਣ ਇਹੋ ਜਿਹੀ ਕੀ ਮਿਲਿਆ ਇੱਕ ਵਾਰੀ ਲੈਵਲ ਮਿੱਤਰੋ। ਯਾਰ ਉਹ ਰੋਡ ਤਾਂ ਐਨ ਸਹੀ ਹੋਈ ਜਾ ਰਿਹਾ, ਲੇਕਿਨ ਆਹ ਰੋਡ ਕਿਉਂ ਨਹੀਂ ਸਹੀ ਹੋ ਰਿਹਾ ਯਾਰ। ਮੇਰਾ ਮੋਟਰਸਾਈਕਲ ਸਾਰਾ ਖੜਕ ਗਿਆ ਰੋਡ ਦੀ ਵਜ੍ਹਾ ਨਾਲ। ਉਹਦਾ ਲਿਓ ਯਾਰ ਆਹ ਰੋਡ ਵੀ ਬਣਾ ਦੇਣਾ ਚਾਹੀਦਾ। ਦੇਖੋ ਮੇਰਾ ਸਕੂਟਰ ਕਿਵੇਂ ਖੜਕ ਰਿਹਾ ਯਾਰ, ਇੰਨੇ ਜੰਪ ਆ, ਕੀ ਦੱਸਾਂ ਤੁਹਾਨੂੰ ਮੈਂ। ਸਾਰਾ ਨੇ ਜਾ ਕੇ ਜ਼ੈਨ ਭਾਈ ਨੂੰ ਕੀਤਾ ਪਿਕ। ਮੈਂ ਕਿਹਾ ਜ਼ੈਨ ਭਾਈ 2-3 ਬੈਗ ਚੱਕੇ ਹੋਏ ਆ, ਕਿੱਧਰ ਦੀਆਂ ਚੜਾਈਆਂ ਨਾ ਮਾਮਾ। ਮੈਨੂੰ ਤਾਂ ਹਫਤਾ ਹੋ ਗਿਆ, ਮੈਂ ਤਾਂ ਨਰਾਨ ਕਗਾਨ ਘੁੰਮਣ ਗਏ ਅਸੀਂ। ਮੈਂ ਕਿਹਾ ਨਾ ਕਰ, ਕਹਿੰਦਾ ਹਾਂ। ਮਿੱਤਰੋ ਅਗਲੀ ਗਰਮੀਆਂ ਦਾ ਸਾਡਾ ਵੀ ਪਲਾਨ ਬਣ ਗਿਆ ਕਿ ਨਰਾਨ ਕਗਾਨ ਘੁੰਮਣ ਜਾਵਾਂਗੇ। ਹੋਈ ਸੀ ਕਾਫੀ ਯਾਰਾਂ ਨੇ। ਦੇਖਾਂ ਤੇ ਦਹੀਂ ਭੱਲਿਆਂ ਵਾਲੀ ਦੁਕਾਨ ਤੇ ਪਹੁੰਚ ਕੇ ਕਾਰੀ ਭਾਈ ਨੂੰ ਕਿਹਾ ਪੜੋ ਬਿਸਮਿਲ੍ਲਾ। ਯਾਰ ਕਾਰੀ ਭਾਈ ਤਾਂ ਮਸਾਲਾ ਹੀ ਫੜੀ ਜਾ ਰਹੇ ਆ, ਕਹਿੰਦਾ ਮਸਾਲਾ ਪਾ ਕੇ ਦਹੀਂ ਭੱਲੇ ਖਾਣੇ ਚਾਹੀਦੇ। ਭਾਈ ਜੀ ਦਹੀਂ ਭੱਲੇ ਖਾਣ ਵਾਸਤੇ ਮੈਂ ਤੇ ਕਾਰੀ ਭਾਈ ਗਏ ਸੀ ਜੀ ਚੱਕ ਨਾਨਵਾ ਸ਼ਮਾਲੀ। ਬੜੇ ਸਵਾਦੀ ਯਾਰ ਦਹੀਂ ਭੱਲੇ ਲੱਗਦੇ ਆ ਮੈਨੂੰ। ਕਾਰੀ ਭਾਈ ਨੀਂਦ ਚ ਲੱਗ ਗਏ, ਕਿੱਧਰ ਚੱਲੇ ਆ ਅੱਜ ਭਰਾਵਾ ਭਾਲ ਕੱਢ ਕੇ ਡੇਰੇ ਜਾ ਕੇ ਸੋਈ ਆ। ਲਓ ਜੀ ਕਾਰੀ ਸਾਹਿਬ ਆਪਣੀ ਫਾਰਚੂਨਰ ਤੇ ਚੱਲੇ ਆ ਡੇਰੇ ਨੂੰ। ਧਿਆਨ ਨਾਲ ਗਿਰ ਨਾ ਜਾਏ, ਨੀਂਦ ਚ ਲੱਗ ਰਹੇ ਆ ਜਾਂ ਪੀਤੀ ਹੋਈ ਆ ਮੈਨੂੰ ਲੱਗਦਾ ਤੂੰ। ਨਹੀਂ ਅੱਜ ਕੰਮ ਕੀਤੀ ਭਾਈ ਭਾਲ ਕੱਢ ਕੇ ਆਏ। ਕਾਰੀ ਦੀਆਂ ਮਿੱਤਰੋ ਤੁਸੀਂ ਆਪੇ ਹੀ ਅੱਖਾਂ ਦੇਖੋ, ਪੀਤੀ ਲੱਗਦੀ ਆ ਜਿਹੜੇ, ਚੈੱਕ ਕਰੋ। ਸੱਚੀ ਉਹ ਤਾਂ ਨਹੀਂ ਪੀਤੀ। ਨਹੀਂ ਮਿੱਤਰੋ ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।